ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਖੁਸ਼ ਆਮਦੀਦ ਜੀ। ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਕੈਮ ਸ਼ੋ, ਨਮਸਕਾਰ ਸਾਰੇ ਸਰੋਤਿਆਂ ਨੂੰ ਜੀ। ਅੱਜ ਅਸੀਂ ਪਿੰਡੋਂ ਨਿਕਲ ਕੇ ਇੱਕ ਗੁਰਦੁਆਰਾ ਸਾਹਿਬ ਹੈ ਸਾਡੇ ਤੋਂ 15-20 ਕਿਲੋਮੀਟਰ ਹੋਊ, 20 ਨਹੀਂ 25 ਹੋਊ, ਤੇ ਇੱਕ ਪਿੰਡ ਦੇ ਵਿੱਚ ਹੈ ਜੀ, ਛੇਵੇਂ ਪਾਤਸ਼ਾਹੀ ਨਾਲ ਸੰਬੰਧਿਤ। ਉੱਥੇ ਜਾ ਰਹੇ ਹਾਂ ਜੀ। 3-4 ਕਿਲੋਮੀਟਰ ਪਿੰਡੋਂ ਨਿਕਲ ਆਏ ਹਾਂ ਤੇ ਹੁਣ ਪਿੰਡ ਆਉਣ ਵਾਲਾ ਜੋ ਅੱਗੇ ਭੌਰ, ਤੇ ਤੁਹਾਨੂੰ ਰਸਤੇ ਦਾ ਗਤੀਵਿਧੀਆਂ ਤੇ ਰਸਤੇ ਦਾ ਸਾਰਾ ਹਾਲ ਤੋਂ ਜਾਣੂ ਕਰਾਵਾਂਗੇ ਜੀ। ਬਣੇ ਰਹੋ ਜੀ ਨਾਲ ਹੀ ਵੀਡੀਓ ਦੇ। ਮਿਲਦੇ ਆ ਫਿਰ ਥੋੜਾ ਅੱਗੇ ਚੱਲ ਕੇ ਜੀ। ਆਹ ਜਿਹੜਾ ਅੱਗੇ ਪਿੰਡ ਨਜ਼ਰ ਆ ਰਿਹਾ ਜੀ, ਇਹ ਪਿੰਡ ਹੈਗਾ ਭੌਰ, ਡਡਵਿੰਡੀ ਸਟੇਸ਼ਨ ਦੇ ਨਾਲ ਹੀ ਆ ਜੀ। ਮੇਰੇ ਲੈਫਟ ਸਾਈਡ ਤੇ ਇਥੋਂ ਡਡਵਿੰਡੀ ਸਟੇਸ਼ਨ ਆ, ਡਡਵਿੰਡੀ ਦਾ ਅੱਡਾ, ਤੇ ਇਹ ਪਿੰਡ ਆ ਭੌਰ ਜੀ। ਭੌਰ ਦੇ ਵਿੱਚ ਦੀ ਲੰਘ ਕੇ ਆਪਾਂ ਪਹੁੰਚਾਂਗੇ ਜੀ ਸੇਚਾਂ ਜਾਂ ਲਾਟੀਆਂ, ਇਹਨਾਂ ਦੋਨਾਂ ਚੋਂ ਇੱਕ ਪਿੰਡ ਹੈ ਜੀ। ਉਹ ਨਾਮ ਮੈਨੂੰ ਕਨਫਰਮ ਨਹੀਂ ਪੂਰਾ। ਉਸ ਤੋਂ ਅੱਗੇ ਮੋਠਾਂਵਾਲ ਜੀ, ਮੋਠਾਂਵਾਲ ਤੋਂ ਅੱਗੇ ਕਲਾਰਾਂ ਤੋਂ ਅੱਗੇ ਫਤਿਹਪੁਰ ਦੇ ਜੂਹ 'ਚ ਉਹ ਗੁਰਦੁਆਰਾ ਜੀ। ਇਹ ਰੂਟ ਪਲਾਨ ਕਰਕੇ ਚੱਲੇ ਹਾਂ ਜੀ। ਪਿੱਛੇ ਮੋਬੀਪੁਰ ਪਿੰਡ ਲੰਘੇ ਆਏ ਹਾਂ। ਹੁਣ ਤੁਹਾਨੂੰ ਦਿਖਾਉਣਾ ਜੀ ਇਹ ਪਿੰਡ ਫਾਸਟ ਕਰਕੇ। ਲਓ ਜੀ, ਆਪਾਂ ਪਹੁੰਚ ਗਏ ਪਿੰਡ ਸੇਚਾਂ ਜੀ। ਆਹ ਜਿਹੜਾ ਪਿੰਡ ਆ ਭੌਰ ਲੰਘ ਕੇ ਸੇਚਾਂ ਆ ਗਿਆ ਜੀ। ਹੁਣ ਇਹਦਾ ਵਿਊ ਤੁਹਾਨੂੰ ਦਿਖਾਉਂਦੇ ਜੀ ਫਾਸਟ ਕਰਕੇ। ਸੇਚਾਂ ਪਿੰਡ ਲੰਘ ਗਿਆ ਜੀ, ਛੋਟਾ ਜਿਹਾ ਪਿੰਡ ਸੀਗਾ, ਉਹਦੇ ਵਿੱਚ ਦੀ ਅਸੀਂ ਲੰਘ ਗਏ ਤੇ ਹੁਣ ਤੁਹਾਨੂੰ ਅੱਗੇ ਪਹੁੰਚ ਕੇ ਮੋਠਾਂਵਾਲ ਉਹ ਪਿੰਡ ਦਿਖਾਵਾਂਗੇ ਜੀ। ਜੁੜੇ ਰਹੋ ਜੀ। ਇਸ ਤਰ੍ਹਾਂ ਇੱਧਰ ਸਾਈਡ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਖਰਬੂਜਾ ਵਾਧੇ ਪਿਆ ਹੋਇਆ ਜੀ। ਪਲਾਟ ਵੀ ਬਹੁਤ ਸੋਹਣਾ। ਅਗਲੇ ਨੇ ਵਿੱਚ ਛਿੱਤਰ ਵੀ ਟੰਗ ਰੱਖਿਆ ਜੀ ਇੱਕ, ਵੀ ਕੋਈ ਜਾਂਦਾ ਆਉਂਦਾ ਮੇਰੇ ਵਰਗਾ ਨਜ਼ਰ ਨਾ ਲਾਵੇ। ਇਸ ਸਾਈਡ ਤੇ ਵੀ ਖਰਬੂਜੇ ਦੀਆਂ ਬੇਲਾਂ ਨੇ ਲੱਗੀਆਂ ਹੋਈਆਂ। ਉਹ ਜਿਹੜਾ ਪਰਲੇ ਪਾਸੇ ਤੁਹਾਨੂੰ ਸ਼ੈੱਡ ਨਜ਼ਰ ਆ ਰਿਹਾ ਜੀ, ਉਹ ਆ ਮੋਠਾਂਵਾਲ ਦੀ ਮੰਡੀ। ਇੱਥੇ ਆ ਗਈ ਮੋਠਾਂਵਾਲ ਦੀ ਮੰਡੀ ਜੀ ਇਹ, ਤੇ ਸਾਹਮਣੇ ਪਿੰਡ ਆ ਗਿਆ ਮੋਠਾਂਵਾਲ। ਮੋਠਾਂਵਾਲ ਪਿੰਡ ਦਾ ਵੀ ਇਤਿਹਾਸ ਹੈ ਜੀ ਕਿ ਇਹ ਦੋ ਪੱਤੀਆਂ ਨੇ ਜੀ, ਅੱਲਾ ਦਿੱਤਾ ਤੇ ਕਮਾਲਪੁਰਾ, ਤੇ ਕੱਚਾ ਨਾਮ ਇਹਦਾ ਮੋਠਾਂਵਾਲ। ਇੱਥੇ ਕਹਿੰਦੇ ਪਹਿਲਾਂ ਮੋਠ ਹੀ ਹੁੰਦੇ ਸੀ, ਆਲੇ ਦੁਆਲੇ ਜ਼ਮੀਨ ਸੀ, ਸਾਰੇ ਰੇਤਲੀ ਜ਼ਮੀਨ ਸੀ, ਤਾਂ ਕਰਕੇ ਇਹਦਾ ਪਿੰਡ ਦਾ ਨਾਮ ਮੋਠਾਂਵਾਲ ਪੈ ਗਿਆ ਜੀ। ਤੇ ਆਫੀਸ਼ੀਅਲੀ ਨਾਮ ਇਹਦੇ ਦੋ ਪਿੰਡ ਨੇ ਜੀ, ਕਮਾਲਪੁਰਾ ਤੇ ਅੱਲਾ ਦਿੱਤਾ। ਦੋ ਪੱਤੀਆਂ ਦਾ ਸੁਮੇਲ ਆ ਜੀ ਇਹ। ਆਲੇ ਦੁਆਲੇ ਖਰਬੂਜਾ ਲੱਗਾ ਹੋਇਆ। ਆਹ ਦੇਖੋ ਇੱਧਰ ਵੀ ਬਹੁਤ ਸੋਹਣਾ ਖਰਬੂਜਾ ਲੱਗਾ ਹੋਇਆ ਜੀ। ਫੁੱਲ ਆ ਰਹੇ ਨੇ, ਇਹਨੂੰ ਚੰਗੀ ਸੋਹਣੀ ਵਾਧੇ ਪਈ ਹੋਈ ਹੈ ਬੇਲ ਜੀ। ਹੁਣ ਮਿਲਦੇ ਹਾਂ ਜੀ ਆਪਾਂ ਮੋਠਾਂਵਾਲ ਜਾ ਕੇ। ਲਓ ਜੀ, ਆਪਾਂ ਮੋਠਾਂਵਾਲ ਲੰਘ ਕੇ ਕਲਾਰਾਂ ਵਾਲੀ ਰੋਡ 'ਤੇ ਪੈ ਚੁੱਕੇ ਹਾਂ ਜੀ। ਔਰ ਕਲਾਰਾਂ ਵਾਲੀ ਰੋਡ 'ਤੇ ਤੁਸੀਂ ਦੇਖ ਸਕਦੇ ਹੋ ਖਰਬੂਜਾ ਖੜਾ ਜੀ, ਆਲੇ ਦੁਆਲੇ ਸਾਰੇ। ਇੱਧਰ ਹਦਵਾਣਾ ਲੱਗਦਾ ਮੈਨੂੰ। ਬਹੁਤ ਸੋਹਣੀਆਂ ਪਾਲੀਆਂ ਹੋਈਆਂ ਵੇਲਾਂ ਨੇ ਜੀ, ਅਗੇਤੀਆਂ ਨੇ। ਟਾਈਮ ਸਿਰ ਹੀ ਲੱਗਦਾ ਇਹਨਾਂ ਨੂੰ ਫਲ ਲੱਗਣ ਲੱਗ ਜੂਗਾ ਜੀ। ਇਸ ਸਾਈਡ 'ਤੇ ਖਰਬੂਜਾ ਜੀ, ਉਹ ਅੱਗੇ ਮੱਕੀ ਖੜੀ ਹੈ ਜੀ। ਕੁਛ ਇੱਕ ਪਛੇਤਾ ਮਾਲ ਵੀ ਹੈਗਾ ਜੀ। ਆਹ ਖਰਬੂਜਾ ਪਛੇਤਾ ਜਿਹੜਾ ਇਹ ਲੋਕ ਵੀ ਰਹੀ ਹੈ, ਚਲੋ ਥੋੜ੍ਹੀ ਹੋਈ ਹੈ ਜੀ। ਲਓ ਜੀ, ਆਪਾਂ ਮੋਠਾਂਵਾਲ ਲੰਘ ਕੇ 1 ਜਾਂ 2 ਮਿੰਟ ਦੀ ਰੈਸਟ ਵਾਸਤੇ ਇੱਥੇ ਖੜੇ ਹੋਏ ਹਾਂ। ਉਨੇ ਚਿਰ 'ਚ ਆਪਾਂ ਕੁਛ ਗੱਲਾਂ ਕਰਾਂਗੇ ਇਸ ਪਿੰਡ ਬਾਰੇ। ਇੱਥੇ ਦੇ ਆਲੇ ਦੁਆਲੇ ਜਿਹੜੀ ਹੁਣ ਜ਼ਰਖੇਜ਼ ਆਪਾਂ ਨੂੰ ਜ਼ਮੀਨ ਨਜ਼ਰ ਆ ਰਹੀ ਆ, ਆਹ ਦੇਖੋ ਚਾਰੇ ਪਾਸੇ ਕਿੰਨੀਆਂ ਸੋਹਣੀਆਂ ਕਿੰਨੀਆਂ ਵਧੀਆ ਫਸਲਾਂ ਖੜੀਆਂ ਨੇ। ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਮੈਂ ਖਰਬੂਜਿਆਂ ਬਾਰੇ ਵੀ ਦਿਖਾ ਕੇ ਹਟਿਆ, ਤੇ ਹੁਣ ਆਹ ਦੇਖੋ ਮੱਕੀ ਆਲੇ ਦੁਆਲੇ ਕਿੰਨੀ ਸੋਹਣੀ ਖੜੀ ਆ। ਤੇ ਇਸ ਟਾਈਮ ਇੱਥੇ ਦਾ ਜ਼ਮੀਨ ਦਾ ਰੇਟ ਵੀ ਆਲੇ ਦੁਆਲੇ ਦੇ ਇਲਾਕੇ ਨਾਲੋਂ ਸਭ ਤੋਂ ਉੱਚਾ ਹੋਣਾ ਜੀ। ਗੱਲ ਜਿਹੜੀ ਮੈਂ ਕਰਨ ਲੱਗਿਆ
कि अज तो 20 साल 20 ਜਾਂ 25 साल पहला इस ज़मीन का रेट 30 साल कह लो 25-30 साल पहला इस ज़मीन का रेट इत्थे रेते के टिब्बे होंदे सी बहुत उच्चे उच्चे। आ थोनों मैं एक दिखाना भी हाँ, छोटा जिहा टिब्बा हले भी आ परले पासे तो नज़र आता होगा खड़ा हुआ। बहुत उच्चे उच्चे टिब्बे ला के लोगों ने रेता कढ़ के सड़क के नाल लाया हुआ सी। सड़क सिंगल हुंदी सी ये ते इत्थे रेता ही रेता होने करके मोठ ही हुंदे हुंदे सी। ते इस ज़मीन का रेट कुछ नहीं सी हुंदा, सस्ती ज़मीन हुंदी सी। ते कई इत्थों दे किसान भरावां ने जिहड़े जिन्हां कोल 4 पैसे सी वो इस तरह करदे सी 10-12 किलो का टक खरीद लैंदे सी। खरीदण तो बाद बरानी ज़मीन हुंदी सी, उहदे विच पैसे थोड़े खर्च करके मोटर लवा लैनी। मोटर लवा के फिर पद्धरा कर लेना, पद्धरा करके उन्होंने झोने वाली ज़मीन बना के लाल मिट्टी कढ़ के रेते दे टिब्बे ला देने। टिब्बे लाउण तो बाद फिर रिवाज तुरिया कि रेते नूं थल्ले दबना शुरू कर दिता जी। रेता पासे हटाउणा 2 कनाल चों, उत्थों लाल मिट्टी भी पासे हटा लेनी फुट के करीब। फिर दूजी जगह का रेता चक के विच पा देना तो दूजी जगह तो वही 6-6 इंच या फुट मिट्टी कढ़ के लाल उपर पा देनी। फिर तीजे चो इस तरह करके खड्डे मार मार के जमीन नूं पुट्ठी कर दिता। लाल मिट्टी उत्ते करके रेता थले कर दिता तो जमीन झोने वाली बना ली। उस तो बाद जदों शहरीकरण होने लग्या पंजाब का, ज़्यादा प्लाटां का बिजनस ज़्यादा चलिया, अज तो 25-30 साल पहला कलोनियां घट होने लग गई। तो जिन्हां दियां जमीनां शहरां च आईयां, जलंधर एरिए तो लोग सारियां नूं यही इलाका नज़र आता सी कि मोठां वाले एरिए च, कलारां मोठां वाले इस एरिए च आके जमीन लई जावे। उधरों जमीनां विकदियां सी, इधर नूं भजदे सी। ते इत्थे दा रेट काफ़ी उच्चा हो गया जमीन का। जमीन भी बन गई हुण तो दोना सारा ही बन गया। जलंधर तो लैके काला संघा ये एरिया सारा ही इधर नूं जदों आईए ताशपुर लोहियां तक तो ये जमीन सारी बन चुकी है जी। पुट्ठियां जमीनां मूधियां मार के झोने वाले लगन लग गए ने सारी जगह, तो झोने वाली जमीनां बन गई। इस एरिए के विचाले जी अज आपां गुरुद्वारा जिहड़ा वो देखण चले हैं जी। मेरा दस्सण दा भाव तुहानूं ये सी कि जिमींदार पंजाब दे ने मिट्टी नाल जिन्ना घोल कीता, मेरे ख्याल च वर्ल्ड च किसी ने नहीं कीता होना। इस घोल की निस्बत असी कुदरत नूं, क्लाइमेट नूं, सारे कुछ नूं चेंज करने की कोशिश कर रहे हैं। ਇਹਦਾ नुकसान भी होया, चलो फायदा तो जिमीदार नूं अज नज़र आता कि मैं झोने वाली जमीन हो गई जी, मेरे झोना लगन लग गया। झोना जबरदस्ती गौरमेंटा नूं असीं चुका रहे हैं। जे यही झोना सिर्फ बेट एरिए च लगदा हुंदा, जे यही झोना सिर्फ बेट एरिए च जां झोने वाली जमीनां च लगदा हुंदा तां इहदी मार्केट वैल्यू वैसे उपर रहनी सी, वधिया क्वालिटी होनी सी। दूसरा रौला होया कि असी कैमिकल खादां दे मगर पै गए। यूरिया DAP इन्हां चीज़ां दे मगर असीं ज़्यादा पै के ते इन्हां नाल असीं झाड़ वधा लए। क्वालिटी ना वधा के क्वांटिटी वधाती असीं, उहदे नाल भी हुण फसल इन्नी क पई है साडे कोले, अनाज इन्ना क पिया इंडिया कोले जां साडे कोले, वो कोई पुछदा नहीं। गौरमेंट नूं जबरदस्ती असीं कहने हां तुसीं खरीदो जी, सानूं मिनीमम प्राइस दिओ। चलो मिनीमम प्राइस का साडा हक बनदा, पर जे असीं उहदे विच क्वालिटी पैदा करिए क्वांटिटी घटा के तो मार्केट वैल्यू ही उहदी इन्नी वध जानी आ कि सानूं इन्हां चीज़ां दी लोड़ ही नहीं पैनी। सानूं गौर करन दी लोड़ आ जिमीदार भरावां नूं इस चीज़ वल कि जे मेरा कहण दा भाव सी कि जे जमीन नूं ना पुट्ठी कीता जांदा, इहदे विच मूंगफली तेल बीज, अज तेल बीजां दी किन्नी घाट है, इत्थे उही हुंदी ਉਹਦਾ ਕਿੰਨਾ ਰੇਟ ਆ ਅੱਜ। ਤੇ ਇੱਥੇ ਆਲੂ ਹੀ ਹੁੰਦੇ ਕੱਲੇ, ਆਲੂ ਤਾਂ ਹੁਣ ਵੀ ਹੁੰਦੇ ਆ ਪਰ ਫਿਰ ਵੀ ਆਲੂ ਹੀ, ਆਲੂ ਦੀਆਂ ਅੱਗੇ 2 ਫਸਲਾਂ ਲੈ ਲੈਂਦੇ ਸੀ, ਆੜੂ ਸਿਆਲੂ, ਕਿਉਂ ਕਲਾਈਮੇਟ ਹੀ ਚੇਂਜ ਹੋ ਗਿਆ। ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ। ਲਓ ਜੀ ਤੁਰੀਏ ਵੀ ਹੌਲੀ ਹੌਲੀ, ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ, ਇਸ ਕਰਕੇ ਚੇਂਜ ਹੋ ਗਿਆ ਕਲਾਈਮੇਟ। ਤੇ ਅੱਗੇ 2 ਫਸਲਾਂ ਆਲੂ ਦੀਆਂ ਹੋ ਜਾਂਦੀਆਂ ਸੀ, ਸਿਆਲੂ ਤੇ ਹਾੜੂ।
ਤੇ ਹੁਣ ਇੱਕੋ ਹੀ ਫਸਲ ਬੜੀ ਮੁਸ਼ਕਲ ਨਾਲ ਉਹ ਵੀ ਐ ਚਾਂਡੀਆਂ ਦੀ ਛਾਂ ਕਰਕੇ ਪੱਟੀ ਦੀ ਹੈ। ਇਹ ਸਾਰਾ ਕੁਝ ਚੇਂਜ ਹੋਣ ਦਾ ਕਾਰਨ ਇਹੀ ਹੈ ਕਿ ਅਸੀਂ ਕੁਦਰਤ ਨਾਲ ਖਿਲਵਾੜ ਹੀ ਕੀਤੇ ਨੇ। ਕੁਦਰਤ ਨੂੰ ਕੁਦਰਤ ਵਾਂਗੂ ਨਹੀਂ ਵਰਤਿਆ, ਉਹਦੇ ਸੋਮਿਆਂ ਨੂੰ ਜ਼ਾਇਆ ਕੀਤਾ। ਅੱਜ ਇੱਥੇ ਪਾਣੀ ਦੀ ਹੁਣ ਜਿੰਨੀ ਕਿੱਲਤ ਹੈ, ਪਾਣੀ ਦੀ ਆਉਣ ਵਾਲੇ 5-10 ਸਾਲਾਂ 'ਚ ਤਾਂ ਹੋਰ ਕਿੱਲਤ ਹੋ ਜਾਣੀ ਹੈ ਜੀ। ਹਰ ਸਾਲ 10-12 ਫੁੱਟ ਪਾਣੀ ਡੂੰਘਾ ਜਾ ਰਿਹਾ ਹੈ, ਉਹਨੂੰ ਕਿਵੇਂ ਬਚਾਓਗੇ? ਔਰ ਗੌਰਮੈਂਟ ਦੀ ਕੋਈ ਪਾਲਿਸੀ ਨਹੀਂ ਹੈ ਕਿ ਕਿੰਨੇ ਏਕੜ ਮਗਰ ਬੋਰ ਚਾਹੀਦਾ ਜਾਂ ਕਿਹੜੇ ਏਰੀਆ 'ਚ ਕੀ ਲੱਗਣਾ ਚਾਹੀਦਾ। ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਕੰਟਰੋਲ ਕਰਨ ਨੂੰ ਸਾਨੂੰ ਖੁਦ ਹੀ ਸਮਝਣਾ ਪੈਣਾ। ਜੇ ਅਸੀਂ ਨਹੀਂ ਸਮਝਾਂਗੇ ਤਾਂ ਘਾਟਾ ਖਾਵਾਂਗੇ ਜੀ। ਚਲੋ, ਮੈਂ ਆਪਣੀ ਸਮਝ ਮੁਤਾਬਕ ਗੱਲਾਂ ਕਰ ਰਿਹਾ ਜੀ। ਹੋ ਸਕਦਾ ਬਹੁਤ ਮੇਰੇ ਵੀਰਾਂ ਨੂੰ ਨਾ ਪਸੰਦ ਆਉਣ, ਮੈਂ ਖਿਮਾ ਦਾ ਜਾਚਕ ਹਾਂ ਜੀ, ਪਰ ਮੈਂ ਆਪਣੀ ਸਮਝ ਮੁਤਾਬਕ ਗੱਲਾਂ ਕਰ ਰਿਹਾ। ਜਿੰਨਾ ਕੁ ਮੈਨੂੰ ਸਮਝ ਹੈ, ਜਿੰਨੀ ਕੁ ਮੈਨੂੰ ਸਮਝ ਲੱਗਦੀ ਹੈ ਸਾਹਮਣੇ ਦੇਖ ਕੇ। ਚਲੋ ਜੀ, ਮਿਲਦੇ ਹਾਂ ਹੁਣ ਅੱਗੇ ਕਲਾਰਾਂ ਪਹੁੰਚ ਕੇ ਜੀ। ਮੋਠਾਂ ਕਲਾਰਾਂ ਰੋਡ 'ਤੇ ਜਾ ਦੇਖੋ ਕਿੱਡੇ ਕਿੱਡੇ ਸਟੋਰ ਬਣ ਚੁੱਕੇ ਨੇ ਜੀ। ਕਾਫੀ ਵੱਡਾ ਸਟੋਰ ਹੈ, ਲੱਗਦਾ 3-4 ਲੱਖ ਵੱਡਾ ਸਟੋਰ ਹੋਊਗਾ। ਇੱਕ ਇੱਧਰ ਸਟੋਰ ਬਣਿਆ ਹੋਇਆ ਹੈ ਔਰ ਇੱਕ ਸਾਹਮਣੇ ਇੱਕ ਫੈਕਟਰੀ ਵੀ ਹੈ ਜੀ। ਕੋਈ ਪਤਾ ਨਹੀਂ ਕਾਹਦੀ ਫੈਕਟਰੀ, ਕੋਲ ਜਾ ਕੇ ਦੇਖਦੇ ਹਾਂ ਜੀ। ਇਹ ਜੀ ਇੱਥੋਂ ਦਾ ਇਤਿਹਾਸ ਹੈ। ਗੁਰਦੁਆਰਾ ਤੀਰ ਸਾਹਿਬ ਸਾਧਿਆਣਾ ਤੇ ਫਤਿਹਪੁਰ ਪਿੰਡ ਪੈਂਦਾ ਜੀ, ਜਲੰਧਰ ਜ਼ਿਲ੍ਹੇ 'ਚ। ਉਹਦੇ ਕੋਲ ਆ ਬਿਲਕੁਲ ਅਖੰਡਪੁਰ ਸਾਹਿਬ ਦਾ ਪ੍ਰਕਾਸ਼ ਹੋਇਆ ਲੱਗਦਾ ਜੀ ਅੰਦਰ, ਇਸ ਕਰਕੇ ਸ਼ਾਇਦ ਆਵਾਜ਼ ਥੋੜ੍ਹੀ ਪ੍ਰੋਬਲਮ ਆ ਗਈ। ਬਾਕੀ ਦਿਖਾਉਣੇ ਆ ਸੋਵਰ ਹੈ ਜੀ ਇੱਥੋਂ ਦਾ। ਨਿਸ਼ਾਨ ਸਾਹਿਬ ਹੈ ਜੀ। ਡਿਊਟੀ ਹੈ ਜੀ ਐਂਟਰੀ ਦੀ। ਉੱਪਰਲੇ ਪਾਸੇ ਸਾਰੇ ਲੰਗਰ ਦੀ ਤੇ ਹੋਰ ਸਾਰੇ ਰਿਹਾਇਸ਼ੀ ਸਿੰਘਾਂ ਦੀ ਜਗ੍ਹਾ ਬਣੀ ਹੋਈ ਹੈ ਜੀ। ਬਾਕੀ ਅੰਦਰ ਚੱਲ ਕੇ ਆਪਾਂ ਦਰਸ਼ਨ ਕਰਦੇ ਹਾਂ ਜੀ। कृपा महसूस कोई न जाने तुम्हारा अंत। ऊंचीते ऊंचा भगवंत सकल समग्री तुम्हारे सूत्र तारी। तुम ते हुई सुआज्ञाकारी तुम्हारी कदम तुम्ही जानी। नानक दास सदा कुर्बानी। लोक निहार प्रचोद कह लागे आसवाए। नानक कौन सावे ज्ञानी मन रोष करे। अपनी प्रति रावी हुए और काम स्वाप हुए। जिसके भक्त आग्रह राखी प्रभु आज्ञा माने। मापी उते जो करे नानक सब तांदय। अंग भाग माया की कर भरो जान। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਤੁਰੇ ਹਾਂ ਜੀ। ਆਹ ਪਿੰਡ ਆ ਗਿਆ ਫਤਿਹਪੁਰ। ਫਤਿਹਪੁਰ ਦੇ ਪਿੰਡ ਦੇ ਜੂਹ 'ਚ ਇਹ ਗੁਰਦੁਆਰਾ ਆਉਂਦਾ ਜੀ। ਤੇ ਉਹ ਇੱਥੋਂ ਦੀ ਸੰਗਤ ਜਾ ਰਹੀ ਹੈ ਜੀ ਉੱਥੇ ਦਰਸ਼ਨ ਕਰਨ ਵਾਸਤੇ। ਤੇ ਆਪਾਂ ਹੁਣ ਨਿਕਲ ਜਾਵਾਂਗੇ ਜੀ ਸਿੱਧੇ ਇੱਥੋਂ ਫਤਿਹਪੁਰ ਤੋਂ ਹੁੰਦੇ ਹੋਏ ਫਿਰ ਵਾਪਸ ਕਲਾਰਾਂ ਮੋਠਾਂ ਨੂੰ। ਵਾਹਿਗੁਰੂ ਜੀ। ਵਾਪਸੀ ਦੇ ਵਿੱਚ ਮੈਂ
ਫਤਿਹਪੁਰ ਟੱਪ ਕੇ ਰਸਤਾ ਬਦਲਿਆ ਜੀ ਕਲਾਰਾਂ ਤੋਂ ਮੋਠਾਂਵਾਲ ਨੂੰ ਜਾਣਾ ਸੀ ਜਿਹੜਾ, ਉਹਦੀ ਬਜਾਏ ਮੈਂ ਤਲਵੰਡੀ ਮਾਧੋਵਾਲ ਨੂੰ ਆ ਗਿਆ ਜੀ। ਆਹ ਪਿੰਡ ਆ ਗਿਆ ਤਲਵੰਡੀ ਮਾਧੋ ਦਾ ਪੈਟਰੋਲ ਪੰਪ ਆ ਗਿਆ ਜੀ। SR ਤੇ ਹੁਣ ਤੁਹਾਨੂੰ ਤਲਵੰਡੀ ਮਾਧੋ ਦਾ ਦ੍ਰਿਸ਼ ਦਿਖਾਵਾਂਗੇ ਥੋੜਾ ਜਿਹਾ ਦੂਜੇ ਤਰ੍ਹਾਂ। ਲਓ ਜੀ ਆਪਾਂ ਪਹੁੰਚ ਗਏ ਪਿੰਡ ਤਲਵੰਡੀ ਮਾਧੋ। ਲੰਘ ਕੇ ਆਉਂਦਾ ਜੀ ਇਹ ਲਾਟੀਆਂਵਾਲ ਨੂੰ ਤੇ ਅਹਿਮਦਪੁਰ ਛੰਨਾ। ਇਹ ਅਹਿਮਦਪੁਰ ਪਿੰਡ ਅੱਗੇ ਆਉਣਾ, ਪਤਾ ਨਹੀਂ ਇਹਨੂੰ ਅਹਿਮਦਪੁਰ ਕਹਿੰਦੇ ਆ ਕਿ ਪਤਾ ਨਹੀਂ ਅਗਲੇ ਨੂੰ। ਇੱਕ ਇਹਨਾਂ ਚੋਂ ਛੰਨਾ ਨੇ ਜੀ, ਇੱਕ ਅਹਿਮਦਪੁਰ ਹੈ। ਆਹ ਦੇਖੋ ਜੀ ਕਿਸੇ ਨੇ ਘਰ ਬਣਾਇਆ ਹੋਇਆ, ਮਹਿਲ ਹੀ ਬਣਾਇਆ ਪਿਆ ਜੀ। ਟਾਹਲੀ ਨੂੰ ਪੱਥਰ ਲਾ ਕੇ ਬੇਸ਼ੁਮਾਰ ਹੀ ਖਰਚਾ ਕਰ ਦਿੰਦੇ ਆ ਲੋਕ ਘਰ ਬਣਾਉਣ ਤੇ ਵੀ। ਹੁਣ ਤੁਹਾਨੂੰ ਅਗਲਾ ਪਿੰਡ ਵੀ ਦਿਖਾਉਂਦੇ ਆ ਜੀ ਜਾ ਕੇ। ਉਦੋਂ ਬਾਅਦ ਆ ਜਾਣਾ ਨਸੀਰੇਵਾਲ, ਫਿਰ ਮੋਹਬਲੀਪੁਰ ਤੇ ਆਪਣਾ ਪਿੰਡ ਜੀ। ਲਓ ਜੀ ਇਹ ਪਿੰਡ ਆ ਗਿਆ ਜੀ ਨਸੀਰੇਵਾਲ ਪਿੰਡ 'ਚੋਂ ਹੁਣ ਆਪਾਂ ਲੰਘ ਰਹੇ ਹਾਂ ਜੀ। ਇਦੋਂ ਬਾਅਦ ਆਉਣਾ ਮੋਹਬਲੀਪੁਰ, ਫਿਰ ਆਪਣਾ ਪਿੰਡ। ਨਸੀਰੇ ਵਾਲੇ ਪਿੰਡ ਦੇ ਵਿੱਚੋਂ ਹੀ ਆਪਾਂ ਗੇੜਾ ਦੇ ਕੇ ਨਹੀਂ ਲੰਘਾਂਗੇ, ਆਪਾਂ ਸਿੱਧੇ ਲੰਘਾਂਗੇ ਜੀ, ਸ਼ਾਰਟਕਟ। ਆਪਾਂ ਲੰਘਿਆ ਜੀ ਨਸੀਰੇ ਵਾਲੇ ਪਿੰਡ ਦੇ ਪਾਰ ਸ਼ਾਰਟਕਟ ਵਿੱਚ ਦੀ। ਉਹ ਤੁਹਾਨੂੰ ਸਾਰਾ ਸੀਨ ਟਾਈਮ ਲੇਪ ਦੇ ਵਿੱਚ ਦਿਖਾਇਆ ਹੀ ਹੈ। ਹੁਣ ਆਪਾਂ ਚੜ੍ਹਨ ਲੱਗੇ ਹਾਂ ਜੀ ਮੇਨ ਸੜਕ ਦੇ ਉੱਪਰ, ਜਿਹੜੀ ਆਈ ਡੜਵਿੰਡੀ ਤੋਂ ਤਾਸ਼ਪੁਰ। ਲੋਹੀਆਂ ਵਾਲੀ ਸੜਕ ਨਾਲ ਜਾ ਰਲਦੀ ਹੈ ਡੜਵਿੰਡੀ ਤੋਂ ਤਾਸ਼ਪੁਰ। ਆ ਗਈ ਮੇਨ ਉਹ ਸੜਕ। ਇੱਥੇ 2-3 ਕਿਲੋਮੀਟਰ ਚੱਲ ਕੇ ਮੋਹਬਲੀਪੁਰ ਆ ਜਾਣਾ ਜੀ, ਫਿਰ ਆਪਣਾ ਪਿੰਡ। ਲਓ ਜੀ ਹੁਣ ਧੁੱਪ ਵਾਲਾ ਏਰੀਆ ਲੰਘ ਗਿਆ ਜੀ, ਛਾਂ ਵਾਲਾ ਏਰੀਆ ਆ ਗਿਆ। ਲਓ ਜੀ ਆਪਾਂ ਵਾਪਸੀ 'ਚ ਪਹੁੰਚ ਗਏ ਮੋਹਬਲੀਪੁਰ। ਆਹ ਗੇਟ ਮੋਹਬਲੀਪੁਰ ਦਾ, ਸੜਕ ਤੋਂ ਮੁੜੇ। ਉਹ ਖੱਬੇ ਪਾਸੇ ਮੱਲੀ ਢਾਬਾ ਨਜ਼ਰ ਆ ਰਿਹਾ ਜੀ, ਅੱਗੇ ਪਿੰਡ ਨਜ਼ਰ ਆ ਰਿਹਾ ਮੋਹਬਲੀਪੁਰ। ਇਹ ਦਿਖਾਉਣਾ ਹੈ ਤੁਹਾਨੂੰ ਦੂਜੇ ਤਰ੍ਹਾਂ। ਲਓ ਜੀ ਆਪਾਂ ਘੁੰਮ ਕੇ ਪਿੰਡ ਪਹੁੰਚ ਚੁੱਕੇ ਹਾਂ ਜੀ, ਅੱਜ ਦੀ ਬਲੌਗਿੰਗ ਕਰਕੇ ਤੇ ਅੱਜ ਦੀ ਸਾਈਕਲਿੰਗ ਕਰਕੇ। ਅੱਜ ਅੰਦਾਜ਼ਨ 25-30 ਕਿਲੋਮੀਟਰ ਦਾ ਸਫ਼ਰ ਸੀ ਜਾਣ ਦਾ, ਤੇ ਇੰਨਾ ਕੀ ਹੋਣਾ 20-25 ਕਿਲੋਮੀਟਰ ਦਾ ਆਉਣ ਦਾ। ਟੋਟਲ 50 ਕਿਲੋਮੀਟਰ ਦਾ ਸਫ਼ਰ ਹੋਊਗਾ ਜੀ। ਉਹ ਆਪਾਂ ਕਰਕੇ ਘੰਟਾ ਕੁ ਲੱਗਿਆ, 20 ਤੋਂ 25 ਹੋਣਾ ਜੀ, ਘੰਟਾ ਹੀ ਲੱਗਿਆ ਸੀ ਮੈਨੂੰ ਜਾਣ ਨੂੰ। ਹਾਂ 20 ਤੋਂ 25 ਹੋਣਾ ਜੀ, ਤੇ ਇੰਨਾ ਕੀ ਆਉਣ ਦਾ ਕਹਿ ਲਓ, ਘੰਟਾ ਕੁ ਆਉਣ ਨੂੰ ਲੱਗਿਆ ਜੀ। ਉੱਥੇ ਗੁਰਦੁਆਰਾ ਅਸੀਂ ਤੀਰ ਸਾਹਿਬ ਜੀ ਦੀ ਅੱਜ ਸ਼ੂਟ ਕਰਕੇ ਆਏ ਹਾਂ ਜੀ, ਜਿਨ੍ਹਾਂ ਦਰਸ਼ਨ ਕਰਕੇ ਆਏ ਹਾਂ। ਤੇ ਅੱਜ ਹੁਣ ਇੱਥੇ ਪਿੰਡ ਘਰੇ ਪਹੁੰਚ ਚੁੱਕੇ ਹਾਂ ਜੀ। ਆਹ ਆਪਣੀ ਮੱਕੀ ਆ ਜਿਹਦਾ ਆਪਾਂ ਸਰਵੇ ਕਰਕੇ ਦਿਖਾਇਆ ਸੀ, ਆਟੋਮੈਟਿਕ ਮਸ਼ੀਨ ਨਾਲ ਬੀਜੀ ਹੋਈ ਹੈ ਜੀ। ਤੇ ਆਹ ਦੂਜੀ ਸਾਈਡ ਤੇ ਮੱਕੀ ਜਿਹੜੀ ਆ ਆਪਣੇ ਹੱਥ ਨਾਲ ਬੀਜੀ ਹੋਈ ਹੈ ਜੀ। ਆਹ ਦੂਜੀ ਨੋਰਮਲ ਜਾਣੀ ਮੈਨੂਅਲ ਡਰਿਲ ਨਾਲ ਬੀਜੀ ਹੋਈ ਹੈ ਜੀ। ਤੇ ਦੱਸਿਓ ਜੀ ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ। ਅਗਰ ਬਲੌਗ ਪਸੰਦ ਆਉਂਦਾ ਤਾਂ ਇਹਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ, ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ, ਤੇ ਘੰਟੀ ਵਾਲਾ ਜਿਹੜਾ ਆਈਕਨ ਆ ਉਹਨੂੰ ਵੀ ਪ੍ਰੈਸ ਕਰ ਦਿਓ ਆਲ ਤੇ ਕਰਕੇ। ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੇ ਉੱਪਰ ਜੀ। ਅਗਰ ਤੁਸੀਂ ਸਾਡੀ ਸਪੋਰਟ ਕਰਦੇ ਰਹੋਗੇ ਲਾਈਕ ਸ਼ੇਅਰ ਕਰਕੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੰਬੇ ਰੂਟ ਕੱਢ ਕੇ ਅਸੀਂ ਤੁਹਾਨੂੰ ਹੋਰ ਵਧੀਆ ਵੀਡੀਓ ਬਣਾ ਕੇ ਹੋਰ ਇਲਾਕਿਆਂ ਦੇ ਦਰਸ਼ਨ ਕਰਾਉਂਦੇ ਰਹਾਂਗੇ ਜੀ।
ਸਾਡਾ ਹੌਸਲਾ ਅਫਜ਼ਾਈ ਹੋ ਹੀ ਜਾਊਗੀ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਰੱਬ ਰਾਖਾ ਜੀ, ਮਿਲਦੇ ਹਾਂ ਅਗਲੇ ਬਲੌਗ 'ਚ।